ਦੋਸਤੋ ਇੱਕ ਬੜੀ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਉੱਭਰ ਕੇ NRI ਭੈਣ ਭਰਾਵਾਂ ਵਾਸਤੇ, ਜਿਸ ਦੇ ਵਿੱਚ ਕਿ ਉਹ ਜਿਹੜੇ ਦੂਰ ਕਿਸੇ ਵੀ ਦੇਸ਼ ਦੇ ਵਿੱਚ ਜਾ ਵਸੇ ਨੇ, ਪਰ ਪਿੱਛੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਉਹਨਾਂ ਦੀ ਜ਼ਮੀਨ ਜਾਇਦਾਦ ਹੈ ਉਹ ਕਈ ਕਾਰਨਾਂ ਤੋਂ ਸੁਰੱਖਿਅਤ ਨਹੀਂ। ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਉੱਘੇ ਵਕੀਲ ਸੁਨੀਲ ਮੱਲਣ ਹੋਣਾ ਨਾਲ, ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ। ਤੇ ਇਹਨਾਂ ਤੋਂ ਆਪਾਂ ਰਾਏ ਜਾਣਾਂਗੇ ਕਿ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਵਸ ਚੁੱਕੇ ਨੇ, ਜੇਕਰ ਉਹਨਾਂ ਦੀ ਜਾਇਦਾਦ ਨੂੰ ਕਿਸੇ ਕਾਰਨ ਤੋਂ ਖਤਰਾ ਹੈ ਤਾਂ ਉਹ ਕਿਸ ਤਰ੍ਹਾਂ ਆਪਣੀ ਜਾਇਦਾਦ ਨੂੰ ਸੁਰੱਖਿਅਤ ਰੱਖ ਸਕਦੇ ਨੇ। ਮੱਲਣ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਜੀ। ਹੁਕਮ। ਮੱਲਣ ਸਾਹਿਬ, ਜਿਸ ਤਰ੍ਹਾਂ ਅਸੀਂ ਸਵਾਲ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਵਸੇ ਨੇ ਪੰਜਾਬੀ, ਕੁਝ ਪੱਕੇ ਤੌਰ ਤੇ ਚਲੇ ਗਏ ਨੇ, ਕੁਝ ਜਾ ਰਹੇ ਨੇ, ਕੁਝ ਪਹਿਲਾਂ ਤੋਂ ਹੀ ਉੱਥੇ ਰਹਿ ਰਹੇ ਨੇ, ਉਹਨਾਂ ਦੀ ਜਿਹੜੀ ਜ਼ਮੀਨ ਜਾਇਦਾਦ ਹੈ ਕੋਈ ਠੇਕੇ ਤੇ ਦਿੰਦਾ ਹੈ ਤੇ ਜਾਂ ਫਿਰ ਕੋਈ ਵਟਾਈ ਤੇ ਦੇ ਜਾਂਦਾ ਹੈ, ਜਾਂ ਕਈ ਵਾਰੀ ਉਦਾਂ ਹੀ ਸਪੁਰਦ ਕਰ ਜਾਂਦੇ ਨੇ। ਕਈ ਵਾਰੀ ਕਈਆਂ ਨਾਲ ਪਿਆਰ ਮੁਹੱਬਤ ਹੁੰਦਾ, ਆਪਣੇ ਭੈਣ ਭਰਾਵਾਂ ਨਾਲ, ਆਪਣੇ ਸਕੇ ਸੰਬੰਧੀਆਂ ਨਾਲ, ਜਾਂ ਦੋਸਤਾਂ ਮਿੱਤਰਾਂ ਨਾਲ। ਤਾਂ ਕਿਹੜੀਆਂ ਹਾਲਾਤ ਨੇ ਜਿਨ੍ਹਾਂ ਦੇ ਕਾਰਨ ਉਹਨਾਂ ਦੀ ਜਾਇਦਾਦ ਜਿਹੜੀ ਹੈ ਅਣਸੁਰੱਖਿਅਤ ਹੋ ਜਾਂਦੀ ਹੈ, ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ, ਤੇ ਉਹ ਕਿਵੇਂ ਬਚਾ ਸਕਦੇ ਨੇ? ਭਾਜੀ ਤੁਸੀਂ ਸਵਾਲ ਨਾ ਬਹੁਤ ਹੀ ਵੱਡਾ ਕੀਤਾ। ਇਹਦੇ ਲਈ 5-7-10 ਪ੍ਰੋਗਰਾਮ ਚਾਹੀਦੇ ਨੇ ਤਾਂ ਵੀ ਪੂਰਾ ਨਹੀਂ ਹੋਣਾ। ਜਿਹੜਾ ਤੁਹਾਡਾ ਇਹ ਸਵਾਲ ਦੀ ਜੜ ਹੈ, ਮੈਂ ਪਹਿਲਾਂ ਜੜ ਦੀ ਗੱਲ ਕਰੂੰਗਾ, ਫਿਰ ਆਪਾਂ ਕਾਨੂੰਨੀ ਦੀ ਗੱਲਾਂ ਕਰਾਂਗੇ। ਜਦੋਂ ਮੇਰੇ ਮਨ 'ਚ ਬੇਈਮਾਨੀ ਆ ਜਾਣੀ ਹੈ ਕਿ ਮੈਂ ਵਿਰਕ ਸਾਹਿਬ ਦੀ ਪ੍ਰਾਪਰਟੀ ਹੜੱਪਣੀ ਹੈ ਨਾ ਜੀ, ਤੇ ਦੁਨੀਆ ਦੀ ਕੋਈ ਤਾਕਤ ਮੈਨੂੰ ਇਹ ਰੋਕ ਨਹੀਂ ਸਕਦੀ ਕਿ ਮੈਂ ਤੁਹਾਡੇ ਨਾਲ ਬੇਈਮਾਨੀ ਨਾ ਕਰਾਂ, ਜਦ ਤੱਕ ਉਹ ਮਹਾਰਾਜ ਮੇਰੇ ਅੰਦਰ ਕੋਈ ਚੰਗੀ ਸਦਬੁੱਧੀ ਨਾ ਪਾਵੇ। ਸੋ ਸਭ ਤੋਂ ਪਹਿਲਾਂ ਜਿਹੜੀ ਇਹ ਜ਼ਮੀਨ ਜਾਇਦਾਦ ਹੈ, ਪਹਿਲਾਂ ਇਹਨਾਂ ਦਾ ਮੁੱਲ ਜਿਹੜਾ ਨਾ ਬਿਲਕੁਲ ਥੋੜਾ ਸੀ, ਸੈਂਕੜਿਆਂ ਹਜ਼ਾਰਾਂ 'ਚ ਆਂਦੀ ਸੀ, ਤੇ ਇਹਦੀ ਲੋੜ ਕਿਸੇ ਨੂੰ ਨਹੀਂ ਸੀ, ਨਾ ਕਿਸੇ ਕੋਲ ਇਹਨੂੰ ਖਰੀਦਣ ਦੀ ਉਦੋਂ ਵੀ ਸ਼ਕਤੀ ਸੀ। ਪਰ ਅੱਜ ਦੀ ਤਰੀਕ 'ਚ ਬਹੁਤ ਪੈਸਾ ਆ ਗਿਆ ਲੋਕਾਂ ਕੋਲ, ਕਿੱਥੋਂ ਆਇਆ ਰੱਬ ਜਾਣਦਾ ਹੈ। ਕਈਆਂ ਨੇ ਮਿਹਨਤ ਕਰਕੇ ਕਮਾਇਆ, ਔਰ ਖਾਸ ਕਰਕੇ ਅੱਜ ਕੱਲ੍ਹ ਜਿਹੜੇ ਸਾਡੇ ਸੋ ਕੋਲਡ ਪ੍ਰਾਪਰਟੀ ਡੀਲਰ ਬਣ ਗਏ ਨੇ, ਔਰ ਪ੍ਰਾਪਰਟੀ ਮਾਫੀਆ ਜਿਹੜਾ ਖੜਾ ਹੋ ਗਿਆ, ਉਹ ਪ੍ਰਾਪਰਟੀ ਮਾਫੀਆ ਨੇ ਵੱਡਿਆਂ ਦੀ ਨੀਤਾਂ ਖਰਾਬ ਕਰਤੀਆਂ। ਔਰ ਨੀਤਾਂ ਖਰਾਬ ਕਰਨ ਨਾਲ ਜਿਹਦੇ ਕੋਲ ਕਬਜ਼ਾ ਹੈ ਉਹਨੂੰ ਆਫਰ ਆਉਂਦੀ ਹੈ ਕਿ ਤੂੰ ਕਬਜ਼ੇ ਤੋਂ ਕਬਜ਼ਾ ਸਾਨੂੰ ਦੇ ਦੇ ਤੇ ਲੈ ਇੰਨੇ ਪੈਸੇ ਚੁੱਕ। ਤੇ ਉਹ ਜ਼ਿਆਦਾਤਰ ਇਸ ਲਾਲਚ ਕਰਕੇ ਵਿਕ ਜਾਂਦੇ ਨੇ ਜ਼ਿਆਦਾਤਰ ਲੋਕ। ਤੇ ਜਾਂ ਦੂਜੀ ਚੀਜ਼ ਹੈ ਕਿ ਜਿਹੜਾ ਸਾਡਾ ਕੋਈ NRI ਭੈਣ ਭਰਾ ਫੋਰਨ 'ਚ ਰਹਿੰਦਾ ਹੈ, ਉਹ ਬੜੇ ਮਿੱਥੇ ਸਮੇਂ ਲਈ ਇੰਡੀਆ ਆਉਂਦਾ ਹੈ। ਔਰ ਜਦੋਂ ਮਿੱਥੇ ਸਮੇਂ ਲਈ ਇੰਡੀਆ ਆਉਂਦਾ, ਤੇ ਇੰਡੀਆ ਦਾ ਸਾਡਾ ਸਿਸਟਮ ਇਦਾਂ ਦਾ ਹੈ ਕਿ ਕਿਸੇ ਵੀ ਮਹਿਕਮੇ 'ਚ ਚੱਲ ਜਾਏ ਉਹਦੀਆਂ ਜੁੱਤੀਆਂ ਘਸ ਜਾਂਦੀਆਂ ਸਾਡੀਆਂ, ਪਰ ਉਹ ਕੰਮ ਨਹੀਂ ਸਿਰੇ ਚੜ੍ਹਦੇ। ਪਰ ਜਦੋਂ ਕੰਮ ਸਿਰੇ ਨਹੀਂ ਚੜ੍ਹਦੇ, ਉਸ ਚੀਜ਼ ਦਾ ਫਾਇਦਾ ਚੁੱਕਦੇ ਹੋਏ ਜਿਹੜੇ ਇੰਡੀਆ ਵਿੱਚ ਕੁਝ ਲੋਕ ਨੇ ਜਿਹੜੇ ਦਿਲ 'ਚ ਬੇਈਮਾਨੀ ਲੈ ਬੈਠੇ ਨੇ, ਉਹ ਫਿਰ ਇਹੋ ਜਿਹੀ ਹਰਕਤ ਕਰਨ ਦੀ ਸੋਚਦੇ ਨੇ, ਤੇ ਸਾਡੇ ਉਸ ਭੈਣ ਭਰਾ ਦਾ ਨੁਕਸਾਨ ਹੁੰਦਾ ਹੈ। ਔਰ ਉਹਦੇ ਤੋਂ ਬਚਣ ਵਾਸਤੇ ਆਪਣੇ ਜਿਹੜੇ ਉਪਾਅ ਨੇ, ਅੱਜ ਆਪਾਂ ਉਹ ਵੀ ਡਿਸਕਸ ਕਰਾਂਗੇ। ਔਰ ਕਿਸ ਤਰ੍ਹਾਂ ਸੇਫਟੀ ਰੱਖੀ ਜਾ ਸਕਦੀ ਹੈ, ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਤੇ ਕਿਹੜੇ ਉਹ ਕਾਨੂੰਨੀ ਨੁਕਤੇ ਨੇ ਜਿਨ੍ਹਾਂ ਨੁਕਤਿਆਂ ਨੂੰ ਉਹ ਧਿਆਨ 'ਚ ਰੱਖਣ ਤੇ ਉਹਨਾਂ ਦਾ ਕੁਝ ਹੱਦ ਤੱਕ ਬਚਾਅ ਹੋ ਸਕਦਾ ਹੈ। ਸੋ ਸਭ ਤੋਂ ਪਹਿਲਾਂ ਮੈਂ ਸਵਾਲ ਦਾ ਜਵਾਬ ਦਿੱਤਾ ਕਿ ਬਦਨੀਤੀ, ਜਦੋਂ ਬਦਨੀਤੀ ਦਿਲ 'ਚ ਆ ਗਈ ਤੇ ਫੇਰ ਤੇ ਕੋਈ ਕੁਝ ਨਹੀਂ ਕਰ ਸਕਦਾ। ਔਰ ਮੈਂ ਇਸੇ ਬਦਨੀਤੀ ਦਾ ਸ਼ਿਕਾਰ ਮੈਂ ਵੀ ਹਾਂ। ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦਾ ਕਿ ਮੇਰੇ ਸ਼ਰੀਕੇ ਨੇ ਵੀ ਮੇਰੇ ਮਦਰ ਦਾ ਮਰੇ ਦਾ ਜਾਲੀ ਸਰਟੀਫਿਕੇਟ ਬਣਾਇਆ, ਮੇਰੇ ਫਾਦਰ ਸਾਹਿਬ ਦਾ ਮਰਡਰ ਕੀਤਾ ਸੀ, ਔਰ ਮੇਰਾ ਜ਼ਿਕਰ ਹੀ ਨਹੀਂ ਕੀਤਾ ਕਿ ਮੈਂ ਪੈਦਾ ਹੋਇਆ। ਔਰ ਸਾਡੀ ਜਿੰਨੀ ਵੀ ਜ਼ਮੀਨ ਸੀ, ਘਰ-ਬਾਰ ਸੀ, ਉਹ ਖਰੀਦ ਕੇ ਆਪਣੇ ਨਾਂ ਤੇ ਲਵਾ ਲਈ, ਝੂਠੇ ਤੌਰ ਤੇ, ਪੁੱਠੇ ਤੌਰ ਤੇ। ਨੋ ਡਾਊਟ ਮੈਂ ਵਕੀਲ ਹੀ ਉਸੇ ਕਰਕੇ ਬਣ ਗਿਆ। ਪਟਵਾਰੀਆਂ ਨੇ ਵੀ ਗਲਤ ਫਰਦਾਂ ਬਣਾਈਆਂ, ਔਰ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਪਟਵਾਰੀਆਂ ਦਾ ਜਿਨ੍ਹਾਂ ਨੇ ਮੈਨੂੰ ਇੰਜੀਨੀਅਰ ਤੋਂ ਵਕੀਲ ਬਣਾਤਾ। ਔਰ ਮੈਂ ਬਦਲਾ ਲਿਆ, ਔਰ ਇੱਕ ਹਿਸਾਬ ਦੀ ਵਕੀਲ ਬਣਨ ਤੋਂ ਪਹਿਲਾਂ ਵਕਾਲਤ ਸਿੱਖ ਲਈ ਸੀ ਮੈਂ ਰੈਵਨਿਊ ਮਸਲਿਆਂ 'ਚ, ਵੀ ਇਹਦੇ ਵਿੱਚ ਕਿਹੜੀਆਂ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਿਆ ਜਾਵੇ। ਜੀ ਹਾਂਜੀ। ਤੇ ਜੇਕਰ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਤੁਸੀਂ ਐਡਵੋਕੇਟ ਬਣੇ ਹੋ, ਉਹ ਵੀ ਕਾਫੀ ਸਨਮਾਨਯੋਗ ਇੱਕ ਰੁਤਬਾ ਹੈ ਇੱਕ ਵਕੀਲ ਸਾਹਿਬ ਦਾ। ਤੇ ਤੁਸੀਂ ਇਸ ਤੋਂ ਪਹਿਲਾਂ ਇੰਜੀਨੀਅਰ ਦੀ ਜਿਹੜੀ ਪੜ੍ਹਾਈ ਕਰ ਰਹੇ ਸੀ, ਬਣਨਾ ਤੁਸੀਂ ਇੰਜੀਨੀਅਰ ਸੀ, ਬਣ ਗਏ ਵਕੀਲ ਕਿਉਂਕਿ ਤੁਹਾਡੇ ਹੱਕ ਦੇ ਉੱਪਰ ਡਾਕਾ ਪਿਆ ਸੀ, ਕਿਸੇ ਨੇ ਤੁਹਾਡੀ ਜਾਇਦਾਦ ਖੋਹਣ ਦੀ ਕੋਸ਼ਿਸ਼ ਕੀਤੀ ਤੇ ਖੋਹ ਲਈ ਸੀ, ਕੋਸ਼ਿਸ਼ ਨਹੀਂ ਕੀਤੀ, ਖੋਹ ਲਈ ਸੀ।
ਔਰ ਮੈਂ ਇੰਜੀਨੀਅਰ ਸੀਗਾ, ਜੀ। ਬਤੌਰ ਇੰਜੀਨੀਅਰ ਮੈਂ ਕੰਮ ਕਰ ਰਿਹਾ ਸੀ ਐਜ਼ ਏ ਕੰਸਲਟੈਂਟ, ਹੂੰ, ਸਲਾਹਕਾਰ ਦੇ ਤੌਰ ਤੇ। ਹੂੰ, ਜਿਵੇਂ ਕੰਪਨੀਆਂ ਨੂੰ ਕੋਈ ਹੂੰ, ਸਰਟੀਫਿਕੇਸ਼ਨ ਚਾਹੀਦੀ ਹੈ, ਕੰਪਨੀਆਂ ਜੀ, ਨੇ ਕੋਈ ਪ੍ਰੋਡਕਟਿਵਿਟੀ ਇੰਪਰੂਵਮੈਂਟ ਕਰਨੀ ਹੈ, ਕੰਪਨੀਆਂ ਨੇ ਕੋਈ ਮਤਲਬ ਜਿਹੜੇ ਅਵਾਰਡ ਲੈਣੇ ਹੈ, ਸੋ ਰਜਿਸਟ੍ਰੇਸ਼ਨ ਹੂੰ, ਕਰਾਉਣੀ ਹੈ, ਉਸ ਰਿਲੇਟਡ ਜਿੰਨੇ ਵੀ ਕੰਮ ਹੈ, ISO ਸਰਟੀਫਿਕੇਸ਼ਨ ਕਰਾਉਣੀ ਹੈ, ਉਸ ਰਿਲੇਟਡ ਜੀ, ਜਿੰਨੇ ਵੀ ਕੰਮ ਸੀ ਔਰ ਮੈਂ ਆਲਰੇਡੀ ਹੂੰ, ਕਰ ਰਿਹਾ ਸੀ। ਔਰ ਕਰਨ ਤੋਂ ਬਾਅਦ ਕਰਦੇ ਕਰਦੇ ਜਦੋਂ ਜੀ, ਮੈਂ ਵੇਖਿਆ ਗਿਆ ਕਿ ਮੈਂ ਲੁੱਟਿਆ ਗਿਆ ਆ ਵੀ, ਤੇ ਮੇਰੇ ਜਿਹੜੇ ਵਕੀਲ ਸਾਹਿਬ ਸੀ ਅੰਮ੍ਰਿਤਸਰ, ਹੂੰ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਬੇਟਾ ਸਭ ਤੋਂ ਵੱਡਾ ਮੂਰਖ ਹੋਏਗਾ ਜੇ ਤੂੰ ਨਵੀਂ ਕਮਾਉਣ ਦੇ ਚੱਕਰ 'ਚ ਪੁਰਾਣੀ ਗਵਾ ਲੇਗਾ। ਤੂੰ ਆਪਣੀ ਪੁਰਾਣੀ ਵੀ ਸਾਂਭ ਜੀ, ਲੇਗਾ ਨਾ, ਸਮਝ ਲੈ ਤੂੰ ਜ਼ਿੰਦਗੀ 'ਚ ਬਹੁਤ ਕੁਝ ਕਮਾ ਲਿਆ। ਸੋ ਉਹਨਾਂ ਦੀ ਗੱਲ 'ਚ ਹੂੰ, ਸੱਟ ਵੱਜੀ ਦਿਲ 'ਚ। ਇੰਜੀਨੀਅਰਿੰਗ ਛੱਡ ਕੇ ਆਪਣੇ ਕੇਸਾਂ ਦੀ ਪੈਰਵਾਈ ਕਰਨੀ ਸ਼ੁਰੂ ਕਰਤੀ। ਔਰ ਜਦੋਂ ਪੈਰਵਾਈ ਹੂੰ, ਕਰਨੀ ਸ਼ੁਰੂ ਕੀਤੀ ਤੇ ਲੱਗਾ ਕਿ ਮੈਂ ਤੇ ਵਿਹਲਾ ਹੋ ਗਿਆ, ਮੇਰੇ ਕੋਲ ਕੰਮ ਹੀ ਕੋਈ ਨਹੀਂ ਬਚਿਆ। ਸੋ ਫਿਰ ਹੂੰ, ਪੜ੍ਹਾਈ ਕਰਨ ਦੀ ਸੋਚ ਲਈ ਕਿ ਵਕਾਲਤ ਦੀ ਪੜ੍ਹਾਈ ਕਰ ਲਈਏ। ਫਿਰ ਅਸੀਂ ਜੀ, ਵਕਾਲਤ ਦੀ ਪੜ੍ਹਾਈ ਕਰਨ ਚਲੇ ਗਏ, ਕਰਕੇ ਫਸਟ ਡਿਵੀਜ਼ਨ 'ਚ ਪਾਸ ਹੋਏ। ਉਸ ਤੋਂ ਬਾਅਦ ਮਾਸਟਰ ਡਿਗਰੀ ਕੀਤੀ। ਹੁਣ ਮੈਂ PhD ਡਾਕਟਰੇਟ ਇਨ ਲਾਅ ਫਸਟ ਈਅਰ ਕੰਪਲੀਟ ਕਰ ਰਿਹਾ। 2 ਸਾਲ ਹੋਰ ਬਚੇ ਨੇ। ਤੇ 3 ਸਾਲਾਂ ਬਾਅਦ ਆਪਾਂ 2023 ਚ ਡਾਕਟਰ ਸੁਨੀਲ ਮੱਲਨ ਬਣ ਜਾਵਾਂਗੇ, ਕਾਨੂੰਨ ਦੇ ਜੀ, ਡਾਕਟਰ। ਚਲੋ ਸਾਡੀਆਂ ਸ਼ੁਭ ਇਛਾਵਾਂ ਨੇ ਜੀ। ਤੇ ਵਕੀਲ ਸਾਹਿਬ, ਜਿਹੜੇ ਲੋਕ ਵਿਦੇਸ਼ ਦੇ ਵਿੱਚ ਰਹਿੰਦੇ ਨੇ, ਉਹ ਜੀ ਫਿਰ ਕਿਸ ਤਰ੍ਹਾਂ ਕਰਨ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਾਇਦਾਦ ਜਿਹੜੀ ਹੈ ਕੋਈ ਆਨੇ ਬਹਾਨੇ ਹੁਣ ਉਸ ਨੂੰ ਨਹੀਂ ਛੱਡ ਰਿਹਾ, ਕਈਆਂ ਦੇ ਕਬਜ਼ੇ ਹੋ ਜਾਂਦੇ ਨੇ ਲਗਭਗ, ਜੀ ਤਾਂ ਉਸ ਦੇ ਵਿੱਚ ਉਸ ਨੂੰ ਕੀ ਕਰਨਾ ਚਾਹੀਦਾ ਉਕਤ ਵਿਅਕਤੀ ਨੂੰ? ਹਾਂ, ਤੇ ਇਸ ਦੇ ਬੜਾ ਵੱਡਾ ਨਾਲ ਹੀ ਸਵਾਲ। ਵਕੀਲ ਸਾਹਿਬ, ਇੱਕ ਹੋਰ ਮੈਂ ਸਵਾਲ ਕਰਨਾ ਚਾਹਾਂਗਾ ਕਿ ਜੀ ਇੱਕ ਮਾਲਕ ਹੈ ਤੇ ਇੱਕ ਕਾਬਜ਼ਕਾਰ, ਇਹ ਕਿਸ ਜੀ ਤਰ੍ਹਾਂ ਦਾ ਵਿਲੱਖਣ ਜਿਹਾ ਕਾਨੂੰਨ ਹੈ ਕਿ ਜਿਹੜਾ ਮਾਲਕ ਹੈ ਉਹ ਹੈ ਤਾਂ ਮਾਲਕ ਹੈ ਨਾ, ਅਸਲੀ ਜਿਹੜਾ ਮਾਲਕ ਹੈ, ਤੇ ਆਉਂਦਾ ਹੈ ਕਿ ਜਿਸ ਦੇ ਕੋਲ ਕਬਜ਼ਾ ਹੈ ਉਹ ਜਾਇਦਾਦ, ਉਹ ਕਬਜ਼ੇਕਾਰ ਜਿਹੜਾ ਹੈ ਉਹੀ ਰੱਖ ਲੈਂਦਾ ਹੈ। ਕਈ ਕਿਸਮ ਦਾ ਹੁੰਦਾ ਹੈ। ਇਹ ਵੀ ਇੱਕ ਸਵਾਲ ਆਇਆ ਸੀ ਕਿ ਮਾਲਕ, ਮੈਂ ਅਸਲੀ ਮਾਲਕ ਤੇ ਕਾਬਜ਼ਕਾਰ ਦਾ, ਇਸ ਦੇ ਵਿੱਚ ਫਰਕ ਕੀ, ਮਤਲਬ ਕਾਨੂੰਨ ਦੇ ਵਿੱਚ ਕੀ ਸੋਚਦਾ ਇਹਦੇ ਵਿੱਚ? ਦੇਖੋ, ਪਹਿਲਾਂ ਮੈਂ ਤੇ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਵੀ ਮੇਰਾ ਕੋਈ NRI ਭੈਣ ਭਰਾ ਬਾਹਰ ਗਿਆ, ਉਹਦੀ ਜ਼ਮੀਨ ਹੂੰ, ਜਾਇਦਾਦ ਮਾਂ ਪਿਓ ਦੀ ਖਰੀਦੀ ਜਾਂ ਆਪਣੀ ਖਰੀਦੀ ਇੱਥੇ ਹੈ, ਸਭ ਤੋਂ ਹੂੰ, ਪਹਿਲਾਂ ਤੇ ਸਭ ਤੋਂ ਪਹਿਲਾ ਖਤਰਾ ਉਹਨੂੰ ਆਪਣੇ ਸ਼ਰੀਕੇ ਕੋਲੋਂ ਆ, ਆਪਣੇ ਸਕੇ ਭੈਣ ਭਰਾਵਾਂ ਜੀ, ਕੋਲੋਂ ਹੈ। ਇਹ ਗੱਲ ਚਾਹੇ ਬੁਰੀ ਲੱਗੇ ਮੇਰੇ ਦਰਸ਼ਕਾਂ ਨੂੰ, ਪਰ ਸੱਚਾਈ ਹੈ। ਹੂੰ, 100 ਚੋਂ ਹੂੰ, 90 ਕੇਸ ਇਸੇ ਚੀਜ਼ ਦੇ ਨੇ ਕਿ ਸਕੇ ਭੈਣ ਭਰਾਵਾਂ ਨੇ ਜ਼ਮੀਨਾਂ ਦੱਬੀਆਂ ਔਰ ਖੂਨ ਦੇ ਅਥਰੂ ਜੀ, ਰੋਂਦੇ ਨੇ। ਔਰ ਮੇਰੇ ਹੂੰ, ਕੋਲ ਇਹੋ ਜਿਹੇ ਕੇਸ ਵੀ ਆਏ ਨੇ ਕਿ ਜਿਹਦੇ ਵਿੱਚ ਬੰਦਾ ਇੰਡੀਆ ਤੋਂ ਡੋਂਗੀ ਰਸਤੇ ਬਾਹਰ ਗਿਆ, ਡੋਂਕੀ ਲਵਾ ਕੇ ਜੀ, 2 ਨੰਬਰ 'ਚ ਹਾਂ, ਬਾਹਰ ਜਾ ਕੇ ਉਹਨੇ ਉੱਥੋਂ ਪੈਸਾ ਕਮਾ ਕੇ ਭੇਜਿਆ। ਉਹਦੇ ਪੈਸੇ ਨਾਲ ਹਾਂ, ਇੱਥੇ ਜ਼ਮੀਨਾਂ ਖਰੀਦੀਆਂ ਗਈਆਂ, ਪਰ ਅੱਜ ਉਹ ਹਾਂ, ਉਹਨਾਂ ਜ਼ਮੀਨਾਂ ਦੀ ਲੈਣ ਤੋਂ ਵਾਂਝਿਆ ਹੋਇਆ ਤੁਰਿਆ ਫਿਰਦਾ, ਔਰ ਉਹਨੂੰ ਉਹਦੇ ਤੋਂ ਜੀ, ਮਤਲਬ ਇੱਕ ਤਰ੍ਹਾਂ ਦਾ ਵਾਂਝਿਆ ਕਰਤਾ, ਬੜਾ ਕੁਛ ਕੀਤਾ। ਸੋ ਸਭ ਤੋਂ ਪਹਿਲੀ ਗੱਲ ਮੈਂ ਕਹੂੰਗਾ ਕਿ ਬਿਨਾਂ ਸ਼ਰਮ ਕੀਤਿਆਂ, ਬਿਨਾਂ ਪਰਵਾਹ ਹੂੰ, ਕੀਤਿਆਂ, ਪਿਆਰ ਹਾਂ, ਨਾਲ ਆਪਣੇ ਸ਼ਰੀਕੇ 'ਚ ਆਪਣਾ ਭੈਣ ਭਰਾਵਾਂ ਨਾਲ ਬਹਿ ਕੇ ਆਪਣੀ ਜ਼ਮੀਨ ਦੀ ਵੰਡ ਕਰੋ। ਵੰਡ ਜੀ, ਕਰਨ ਤੋਂ ਬਾਅਦ ਮੰਨ ਲਓ ਤੁਹਾਡੇ ਡੈਡੀ 20 ਕਿੱਲੇ ਪੈਲੀ ਛੱਡ ਗਏ ਆ, ਤੁਸੀਂ 4 ਭੈਣ ਭਰਾ ਜੇ, ਜਿਹੜੇ 5 ਕਿੱਲੇ ਹੂੰ, ਵੀ ਉਹਨਾਂ 20 ਕਿੱਲਿਆਂ 'ਚੋਂ ਤੁਹਾਡੇ ਹਿੱਸੇ ਆਉਂਦੇ ਆ, ਉੱਥੇ ਸਭ ਤੋਂ ਪਹਿਲਾਂ ਬੁਰਜੀਆਂ ਲਾਓ ਤੇ ਉੱਥੇ ਲਿਖੋ ਵੀ ਸੁਨੀਲ ਮੱਲਨ ਦੀ ਜ਼ਮੀਨ ਹੈ। ਪਿਆਰ ਨਾਲ ਵੰਡ ਕਰ ਉਹ, ਲਓ। ਮੈਂ ਨਹੀਂ ਕਹਿੰਦਾ ਕਿ ਵਾਕਈ ਵੰਡ ਕਰ ਲਓ, ਪਿਆਰ ਨਾਲ ਹੂੰ, ਵੰਡ ਕਰਕੇ ਪਹਿਲਾਂ ਤੇ ਆਪਣੀ ਹੂੰ, ਪ੍ਰਾਪਰਟੀ ਨੂੰ ਆਇਡੈਂਟੀਫਾਈ ਕਰੋ ਕਿ ਇਹਦਾ ਮਾਲਕ ਕੌਣ ਹੈ, ਸਾਂਝਾ ਖਾਤਾ ਜੀ, ਰਵੇ। ਉਸ ਤੋਂ ਬਾਅਦ ਜੇ ਤੁਹਾਡੇ ਭੈਣ ਭਰਾ ਬੜੇ ਚੰਗੇ ਨੇ, ਵਧੀਆ ਨੇ, ਉਹਨਾਂ ਨੂੰ ਵਾਹੀ ਕਰਨ ਲਈ ਹੂੰ, ਦੇ ਸਕਦੇ ਹੋ। ਉਹਦਾ ਜੋ ਵੀ ਹੂੰ, ਤੁਹਾਡਾ ਠੇਕਾ ਬਣਦਾ ਹੈ, ਮੁਆਵਜ਼ਾ ਬਣਦਾ, ਉਹ ਲਵੋ। ਹੂੰ, ਪਲੱਸ ਜਿਹੜੀ ਵੀ, ਔਰ ਉਹਦਾ ਜੇ ਫਰਮ ਆਪਣੇ ਨਾਂ ਤੇ ਕਟਾ ਸਕਦੇ ਹੋ ਆਪਣੇ ਨਾਂ ਤੇ ਕਟਾਓ, ਕਈ ਸਾਰੇ ਰਸਤੇ ਨੇ। ਔਰ ਹੂੰ, ਹਰ ਸਾਲ, ਇਹ ਬੜੀ ਜ਼ਰੂਰੀ ਗੱਲ ਮੈਂ ਦੱਸਣ ਲੱਗਾ, ਹਰ ਹੂੰ, ਸਾਲ ਪਰਤ ਪਟਵਾਰ, 2 ਤਰ੍ਹਾਂ ਦੀਆਂ ਹੂੰ, ਸਰਕਾਰੀ ਪਰਤਾਂ ਹੁੰਦੀਆਂ ਨੇ ਜਿੱਥੋਂ ਤੁਹਾਨੂੰ ਆਪਣੀ ਪ੍ਰਾਪਰਟੀ ਦਾ ਪੱਕਾ ਪਤਾ ਲੱਗਦਾ ਹੈ। ਇੱਕ ਹੁੰਦੀ ਜੇ ਹੂੰ, ਪਰਤ ਪਟਵਾਰ, ਦੂਜੀ ਹੁੰਦੀ ਜੇ ਪਰਤ ਸਰਕਾਰ। ਪਰਤ ਹੂੰ, ਪਟਵਾਰ ਉਹ ਹੈ ਜਿਹੜਾ ਪਟਵਾਰੀ ਦਾ ਰਜਿਸਟਰ ਹੈ। ਪਰਤ ਸਰਕਾਰ ਉਹ ਹੈ ਜਦੋਂ ਅਮਲ ਚ ਲਿਆਉਣ ਤੋਂ ਬਾਅਦ ਸਰਕਾਰ ਦੇ ਖਾਤੇ 'ਚ ਆਪਾਂ ਰਿਕਾਰਡ ਜਮ੍ਹਾਂ ਕਰਾਤਾ, ਔਰ ਰਿਕਾਰਡ ਹੂੰ, ਜਿਹੜਾ ਹੈ ਉਹ ਦੱਸਦਾ ਹੈ ਕਿ ਇਹ ਪਿਛਲੇ 5 ਸਾਲਾਂ 'ਚ ਜਦੋਂ ਅਮਲ ਆਇਆ ਤੇ ਉਦੋਂ ਕਿਹਦੇ ਨਾਂ ਤੇ ਬੋਲਦੀ ਹੈ। ਸੋ ਜੀ, ਪਰਤ ਪਟਵਾਰ ਦੀ ਕਾਪੀ, ਜਿਹਨੂੰ ਆਪਾਂ ਜਮ੍ਹਾਂਬੰਦੀ ਦੀ ਵੀ ਕਾਪੀ ਕਹਿ ਲੈਂਦੇ ਆ, ਫਰਦ ਦੀ ਹੂੰ, ਕਾਪੀ ਕਹਿ ਲੈਂਦੇ ਆ, ਉਹਦੀ ਸਰਕਾਰੀ ਫੀਸ ਤੇ ਪਟਵਾਰੀ ਕੋ ਸਿੱਧੀ ਮਿਲੇ ਤੇ 10 ਰੁਪਏ ਹੈ, ਇੰਡੀਅਨ 10 ਰੁਪੀਜ਼। ਤੇ ਜੇ ਉਹ ਸਰਕਾਰੀ ਅੱਜ ਕੱਲ ਕੰਪਿਊਟਰਾਈਜ਼ ਹੂੰ, ਦੇ ਥਰੂ ਮਿਲੇ ਤੇ ਉਹਦੀ ਕਾਪੀ 20 ਰੁਪਏ ਦੀ ਫੀਸ ਹੈ, ਸਰਕਾਰੀ ਫੀਸ।
ਸੋ ਕਿਸੇ ਨੂੰ ਵੀ ਆਪਣਾ ਖਾਤਾ ਜੀ ਨੰਬਰ ਦੇ ਕੇ ਭੇਜੋ, ਖਸਰਾ ਨੰਬਰ ਦੇ ਕੇ ਭੇਜੋ, ਜਾਂ ਆਪਣੀ ਰਜਿਸਟਰੀ ਦੀ ਕਾਪੀ ਜਾਂ ਪੁਰਾਣੀ ਫਰਦ ਦੇ ਕੇ ਭੇਜੋ, ਤੇ ਹਰ ਸਾਲ 20 ਰੁਪਏ ਖਰਚ ਕੇ ਆਪਣੀ ਪਰਤ ਪਟਵਾਰ ਜਿਹੜਾ ਕੰਪਿਊਟਰਾਈਜ਼ ਰਿਕਾਰਡ ਹੈ ਉਹ ਜ਼ਰੂਰ ਲਵੋ। ਉੱਥੋਂ ਤੁਹਾਨੂੰ ਘੱਟੋ ਘੱਟ ਉਹਨੂੰ ਪੜ੍ਹੋ ਕਿ ਜੋ ਵੀ ਹਿੱਸਾ ਲਿਖਿਆ ਸੀ ਪਿਛਲੇ ਸਾਲ, ਕਿਆ ਅੱਜ ਵੀ ਉਹ ਹਿੱਸਾ ਤੁਹਾਡੇ ਨਾਂ ਤੇ ਬੋਲਦਾ ਹੈ? ਜਿਹੜੀ ਜ਼ਮੀਨ ਸੀ ਪੂਰੀ ਜ਼ਮੀਨ ਹੈ, ਉਹਦੀ ਵੰਡ ਕਰਕੇ ਵੇਖੋ, ਉਹਦੇ ਸਾਰੀਆਂ ਕੈਲਕੂਲੇਸ਼ਨਾਂ ਚੈੱਕ ਕਰੋ। ਆਪਣੇ ਘਰ ਦੀ ਐਗਜ਼ਾਮਪਲ ਦੇਣਾ, ਮੇਰੇ ਮਾਮਾ ਜੀ ਦਾ ਨਾਮ ਕਪਿਲ ਦੇਵ ਹੈ, ਔਰ ਉਹਨਾਂ ਦੀ ਘਰ ਦਾ ਨਾਂ ਚੇਂਜ ਕਰਕੇ ਕੁਸ਼ਲਿਆ ਦੇ ਵੀ ਲਿਖਤਾ ਉਹਨਾਂ ਦੀ ਫਰਦ ਦੇ ਉੱਤੇ, ਔਰ ਉਹਦੀ ਕਰੈਕਸ਼ਨ ਲਈ ਮੁੜ ਕੇ ਸਾਨੂੰ ਕਿੰਨਾ ਪੰਗਾ ਪਿਆ ਉਹ ਸਾਨੂੰ ਪਤਾ ਹੈ। ਸੋ ਇਹ ਵੀ ਧਿਆਨ ਰੱਖੋ ਕਿ ਜਦੋਂ ਪਟਵਾਰੀ ਅਗਲੇ ਰਜਿਸਟਰ 'ਚ ਨਾਂ ਚੜਾਉਂਦਾ ਪਿਆ, ਇੰਡੈਕਸ ਬਦਲਦਾ ਪਿਆ, ਤੇ ਕਿਤੇ ਇੰਡੈਕਸ ਵਿੱਚੋਂ ਉਹ ਨਾਮ ਗਲਤ ਤੇ ਨਹੀਂ ਕਰ ਗਿਆ। ਸੋ ਹਰ ਸਾਲ ਫਰਦ ਲੈਣ ਨਾਲ ਅਗਲੀ ਚੀਜ਼ ਤੁਹਾਨੂੰ ਕੀ ਪਤਾ ਲੱਗੇਗੀ, ਕਾਸ਼ਤਕਾਰ ਦਾ ਨਾਮ ਲਿਖਿਆ ਹੁੰਦਾ ਥੱਲੇ। ਹੁਣ ਤੁਹਾਡਾ ਸਵਾਲ ਆ ਗਿਆ ਕਾਬਜ਼ਕਾਰ ਕਿ ਮਾਲਕ, ਦੋਨਾਂ 'ਚ ਫਰਕ ਕੀ ਹੈ? ਬੜਾ ਇਹ ਵੀ ਤੁਸੀਂ ਚੈਪਟਰ ਮੇਰੇ ਕੋਲ ਨਾ ਅੱਜ ਪੂਰਾ ਰੈਵਨਿਊ ਦਾ ਚੈਪਟਰ ਪੁੱਛ ਲਿਆ, ਜਿਹੜਾ ਕਿ ਬਹੁਤ ਵੱਡਾ ਹੈ। ਧੀਰੇ ਧੀਰੇ ਆਪਾਂ ਆਪਣੇ ਚੈਪਟਰਾਂ 'ਚ ਕਲੀਅਰ ਕਰਦੇ ਜਾਵਾਂਗੇ, ਜਿੰਨੀ ਸਾਡੀ ਜਨਤਾ ਨੂੰ ਸਮਝ ਆਉਂਦੀ ਜਾਵੇ। ਹੁਣ ਜਦੋਂ ਕਾਬਜ਼ਕਾਰ ਜਾਂ ਮਾਲਕ ਦੀ ਗੱਲ ਕਰੀਏ, ਤੇ ਸਰਕਾਰ ਜਾਂ ਕਾਨੂੰਨ ਸਾਡਾ ਇਹ ਕਹਿੰਦਾ ਹੈ, ਮੰਨ ਲਓ ਵੀਰ ਭਾਜੀ ਤੁਹਾਡੀ ਕੋਈ ਚੀਜ਼ ਮੇਰੇ ਕੋਲ ਪਈ ਹੈ, ਮੰਨ ਲਓ ਤੁਸੀਂ ਆਪਣਾ ਪੈਨ ਵੀ ਮੈਨੂੰ ਦੇ ਗਏ ਹੋ, ਮੈਂ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ। ਕਾਨੂੰਨ ਦੀ ਕਿਤਾਬ 'ਚ ਇੱਕ ਲਿਮਿਟੇਸ਼ਨ ਐਕਟ ਹੈ, ਉਹ ਲਿਮਿਟੇਸ਼ਨ ਐਕਟ ਕਹਿੰਦਾ ਹੈ ਵੀ ਜੇ ਵਿਰਕ ਸਾਹਿਬ ਉਹਨੂੰ 2 ਸਾਲਾਂ 'ਚ ਮੰਗਦੇ ਹੀ ਨਹੀਂ ਉਸ ਪੈਨ ਨੂੰ, ਤੇ ਉਹਨਾਂ ਨੂੰ ਉਸ ਪੈਨ ਨੂੰ ਮੰਗਣ ਦਾ ਅਧਿਕਾਰ ਖਤਮ ਹੋ ਜਾਂਦਾ। ਜੀ ਬੜੀ ਵੱਡੀ ਗੱਲ ਸਮਝਾ ਰਿਹਾ ਕਿ ਮੰਨ ਲਓ ਤੁਸੀਂ ਮੈਨੂੰ ਆਪਣਾ ਪੈਨ ਦਿੱਤਾ, ਤੇ ਤੁਸੀਂ 2 ਸਾਲ ਉਹ ਮੇਰੇ ਕੋਲ ਮੰਗ ਨਹੀਂ ਰਹੇ। ਇਹ ਪੈਨ ਉਹ ਚੀਜ਼ ਹੈ ਜਿਹਦਾ ਕੋਈ ਰਿਕਾਰਡ ਨਹੀਂ ਹੈ ਕਾਗਜ਼ਾਂ 'ਚ, ਪਰ ਇੱਕ ਸਿੰਪਲ ਪੈਨ ਹੈ, ਪਤਾ ਨਹੀਂ ਤੁਸੀਂ ਖਰੀਦਿਆ ਸੀ ਕਿ ਮੈਂ ਖਰੀਦਿਆ ਸੀ, ਪਰ ਮੈਂ ਮੰਨ ਲੈਂਦਾ ਕਿ ਮੈਨੂੰ ਵਿਰਕ ਭਾਜੀ ਨੇ ਗਿਫਟ ਕੀਤਾ ਸੀ। ਗਿਫਟ ਨਹੀਂ ਸੀ ਕੀਤਾ, ਦਿੱਤਾ ਸੀ ਇਮਾਨਤੀ ਤੌਰ ਤੇ ਵਰਤਨ ਨੂੰ, ਪਰ 2 ਸਾਲ ਤੁਸੀਂ ਉਹਨੂੰ ਮੰਗਿਆ ਹੀ ਨਹੀਂ, ਤੇ 2.5 ਸਾਲਾਂ ਬਾਅਦ ਤੁਹਾਨੂੰ ਚੇਤੇ ਆਇਆ ਵੀ ਉਹ ਸੁਨੀਲ ਨੂੰ ਯਾਰ ਪੈਨ ਦਿੱਤਾ ਸੀ, ਵਾਪਸ ਲੈ ਲਈਏ, ਤੇ ਕਾਨੂੰਨੀ ਤੌਰ ਤੇ ਤੁਸੀਂ ਉਹਨੂੰ ਮੰਗਣ ਦੇ ਅਧਿਕਾਰੀ ਨਹੀਂ। ਉਹਦਾ ਲਿਮਿਟੇਸ਼ਨ ਐਕਟ 'ਚ ਉਹਦਾ ਜ਼ਿਕਰ ਹੈ। ਇਸੇ ਤਰ੍ਹਾਂ ਜ਼ਮੀਨ ਵਾਸਤੇ ਵੀ ਜ਼ਿਕਰ ਨੇ ਵੀ ਕਿੰਨੇ ਸਾਲ ਬਾਅਦ ਜੇ ਉਹਦੇ ਤੇ ਕਾਸ਼ਤਕਾਰ ਆ ਗਿਆ ਤੇ ਉਹਦਾ ਕੀ ਹੱਕ ਹੈ, ਜੇ ਕਬਜ਼ਕਾਰ ਆ ਗਿਆ ਉਹਦਾ ਕੀ ਹੱਕ ਹੈ, ਔਰ ਇਸ ਤਰ੍ਹਾਂ ਵੱਖਰੇ ਵੱਖਰੀਆਂ ਆਇਡੈਂਟੀਫਿਕੇਸ਼ਨਸ ਨੇ, ਉਹਨਾਂ ਦੇ ਵੱਖਰੇ ਵੱਖਰੇ ਅਧਿਕਾਰ ਨੇ। ਆਪਣੇ ਅਗਲੇ ਪ੍ਰੋਗਰਾਮਾਂ 'ਚ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਆਪਾਂ। ਅੱਜ ਉਹ ਚੈਪਟਰ ਏਡਾ ਵੱਡਾ ਹੋ ਜਾਏਗਾ ਕਿ ਪਬਲਿਕ ਦੇ ਦਿਮਾਗ ਦੇ ਉੱਤੋਂ ਲੰਘ। ਅੱਜ ਇੰਨੀ ਗੱਲ ਸਮਝਣ ਵਾਲੀ ਏ, ਅੱਜ ਇੰਨੀ ਗੱਲ ਸਮਝਣ ਵਾਲੀ ਕਿ ਹਰ ਸਾਲ ਪਰਤ ਪਟਵਾਰ ਯਾਨੀ ਕਿ ਜਿਹੜੀ ਫਰਦ ਦੀ ਕਾਪੀ ਹੈ, ਕੰਪਿਊਟਰਾਈਜ਼ ਹੈ ਜਾਂ ਮੈਨੂਅਲ ਲੈਣੀ ਬਣਦੀ ਹੈ ਤੁਹਾਡੀ, ਲੈ ਕੇ ਉਹਨੂੰ ਆਪਣੇ ਰਿਕਾਰਡ 'ਚ ਰੱਖਣਾ ਬਣਦਾ। ਬਿਜਲੀ ਦੇ ਮੋਟਰ ਦਾ ਕਨੈਕਸ਼ਨ ਦਾ ਬਿੱਲ ਕਿਹਦੇ ਨਾਂ ਦਾ ਆਉਂਦਾ ਹੈ, ਉਹ ਬਿੱਲ ਦੀ ਕਾਪੀ ਤੁਹਾਡੇ ਕੋਲ ਆਉਣੀ ਚਾਹੀਦੀ ਹੈ। ਜਿਹੜੇ ਵੀ ਕਰੰਟ ਮਹਿਕਮੇ ਨੇ, ਬਿਜਲੀ, ਪਾਣੀ, ਰੈਵਨਿਊ ਜਾਂ ਕੋਈ ਹੋਰ ਮਹਿਕਮਾ ਇਹਦੇ ਨਾਲ ਸੰਬੰਧਿਤ ਹੈ, ਮੰਨ ਲਓ ਕਿਸੇ ਦੀ ਜ਼ਮੀਨ ਫੋਰੈਸਟ ਲੈਂਡ ਨਾਲ ਲੱਗਦੀ ਹੈ, ਸੋ ਉਹ ਜ਼ਰੂਰੀ ਹੈ। ਔਰ ਇੰਡੀਆ ਤੋਂ ਜਾਣ ਤੋਂ ਪਹਿਲਾਂ ਆਪਣੀ ਨਿਸ਼ਾਨਦੇਹੀ ਕਰਕੇ ਵੱਡੀਆਂ ਬੁਰਜੀਆਂ ਲਾਉਣਾ ਤੇ 10 ਬਾਏ 10 ਦਾ ਕਮਰਾ ਪਾਉਣਾ ਵੀ ਇੰਪੋਰਟੈਂਟ ਪਤਾ ਹੋਣਾ ਚਾਹੀਦਾ ਹੈ। ਤੇ ਆਪਣੇ ਪਿੰਡ ਦੇ ਸਰਪੰਚ ਨੂੰ, ਉਸ ਪਿੰਡ ਦੇ ਸਰਪੰਚ ਨੂੰ ਜਿੱਥੇ ਜ਼ਮੀਨ ਜਾਇਦਾਦ ਹੋਵੇ, ਉਹਦੇ ਨਾਲ ਰਾਬਤਾ ਕਾਇਮ ਰੱਖਣਾ ਬੜਾ ਜ਼ਰੂਰੀ ਹੈ। ਪਤਾ ਲੱਗਦਾ ਰਹਿਣਾ ਚਾਹੀਦਾ ਕਿ ਇਹ ਜ਼ਮੀਨ, ਇਹ ਜਾਇਦਾਦ ਨਾ ਵੇਚੀ ਗਈ ਹੈ ਨਾ ਟ੍ਰਾਂਸਫਰ ਕੀਤੀ ਗਈ ਹੈ। ਅਗਲੀ ਗੱਲ, ਮੰਨ ਲਓ ਵਿਰਕ ਸਾਹਿਬ ਨੇ ਆਪਣੀ ਜ਼ਮੀਨ ਸੁਨੀਲ ਮੱਲਨ ਨੂੰ ਦੇਣੀ ਹੈ, ਚਾਹੇ ਠੇਕੇ ਤੇ, ਚਾਹੇ ਵਾਹੁਣ ਲਈ, ਚਾਹੇ ਅੱਧੋ ਅੱਧ ਕਰਨ ਲਈ, ਜਾਂ ਜਿਸ ਵੀ ਵਾਸਤੇ ਦੇਣੀ ਹੈ, ਉਹਦੇ ਵਾਸਤੇ ਇੱਕ ਆਪਸ ਐਗਰੀਮੈਂਟ ਲਿਖਿਆ ਜਾ ਸਕਦਾ, ਜਿਹਦੇ ਵਿੱਚ ਮਿਆਦ ਲਿਖੀ ਜਾ ਸਕਦੀ ਹੈ ਕਿ ਇਹ ਐਗਰੀਮੈਂਟ ਕਿੱਦਣ ਤੱਕ ਵੈਲਿਡ ਰਹੇਗਾ, ਉਸ ਤੋਂ ਬਾਅਦ ਖਤਮ ਮੰਨਿਆ ਜਾਏਗਾ, ਚਾਹੇ ਐਗਜ਼ੀਕਿਊਸ਼ਨ ਹੋਵੇ ਜਾਂ ਨਾ ਹੋਵੇ। ਉਹਦੇ ਵਿੱਚ ਹੱਕ ਹਦੂਦ ਲਿਖੇ ਜਾਣਗੇ ਕਿ ਸੁਨੀਲ ਕੁਮਾਰ ਇਸ ਜ਼ਮੀਨ ਨੂੰ ਅੱਗੇ ਦੇਣ ਲਈ, ਠੇਕੇ ਤੇ ਦੇਣ ਲਈ, ਕਿਰਾਏ ਤੇ ਦੇਣ ਲਈ, ਟ੍ਰਾਂਸਫਰ ਕਰਨ ਦਾ ਅਧਿਕਾਰੀ ਨਹੀਂ ਹੋਵੇਗਾ। ਉਹਦੇ ਸਿਰਫ ਇਹਨੂੰ ਧਿਆਨ ਰੱਖਣ ਦੀ ਪਾਵਰ ਦਿੱਤੀ ਜਾਂਦੀ ਹੈ। ਬਿਜਲੀ ਦਾ ਬਿੱਲ ਟੈਕਸ ਦੇਗਾ, ਉਹ ਸ਼ਰਤਾਂ ਲਿਖੀਆਂ ਜਾ ਸਕਦੀਆਂ। ਕਦੀ ਵੀ ਜਨਰਲ ਪਾਵਰ ਅਟਾਰਨੀ ਕਿਸੇ ਵੀ ਆਪਣੇ ਭੈਣ ਭਰਾ ਰਿਸ਼ਤੇਦਾਰ ਨੂੰ ਕਦੀ ਨਹੀਂ ਦੇਣੀ। ਹੁਣ ਕਈ ਰੌਲੇ ਪਏ ਨੇ
ਜਿਹਦੇ ਵਿੱਚ ਹਾਂ ਜ਼ਮੀਨ ਦੀ ਮਾਲਕੀ ਵਿੱਚ ਇੱਕ ਭਰਾ ਨੂੰ ਛੱਡ ਕੇ ਜ਼ਮੀਨ ਆ ਗਈ ਸੜਕ 'ਚ। ਸੜਕ ਵਿੱਚ ਹਾਂ ਮੋਟੇ ਮੁਆਵਜ਼ੇ ਮਿਲੇ ਨੇ, ਠੀਕ ਹੈ, ਹਾਂ ਮਤਲਬ ਹੂੰ 50 ਲੱਖ ਕਰੋੜ ਰੁਪਇਆ ਕਿੱਲਾ ਵੀ ਮਿਲਿਆ ਹੈ। ਤੇ ਜਦੋਂ ਉਹ ਹੂੰ ਜ਼ਮੀਨ ਉਹਦੇ 'ਚ ਆ ਗਈ ਹੈ ਸਰਕਾਰੀ, ਉਹਦੇ 'ਚ ਜਦੋਂ ਮੁਆਵਜ਼ਾ ਮਿਲਿਆ ਉਹਦੇ ਵਿੱਚੋਂ ਇੱਕ ਭਰਾ ਹੀ ਛੱਡ ਦਿੱਤਾ ਗਿਆ। ਸੋ ਹੂੰ ਉਹ ਗੱਲਾਂ ਕੱਲ ਨੂੰ ਉਹ ਚੀਜ਼ਾਂ ਦਾ ਧਿਆਨ ਵੀ ਰੱਖਣਾ ਬੜਾ ਜ਼ਰੂਰੀ ਹੈ। ਪਿੰਡ ਦੇ ਹੂੰ ਬੰਦਿਆਂ ਨਾਲ ਰਾਬਤਾ ਕਾਇਮ ਕਰਨਾ ਬੜਾ ਜ਼ਰੂਰੀ ਹੈ, ਔਰ ਕਾਨੂੰਨੀ ਪੱਖਾਂ ਤੋਂ ਕਈ ਸਾਰੇ ਹੋਰ ਪੁਆਇੰਟ ਨੇ ਜਿਹਦੇ 'ਚ ਹੂੰ ਉਹਨੂੰ ਰੱਖਣਾ ਜ਼ਰੂਰੀ ਹੈ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਮੰਨ ਲਓ ਮੈਂ ਤੇ ਤੁਸੀਂ ਸਕੇ ਭਰਾਵਾਂ, ਤੇ ਮੈਂ ਮੰਗਦਾ ਪਿਆ ਕਿ ਭਾਜੀ ਆਪਾਂ ਵੰਡ ਕਰੀਏ, ਪਰ ਤੁਸੀਂ ਵੰਡ ਨਹੀਂ ਕਰ ਰਹੇ ਵੇ। ਹੂੰ ਆਪਣੀ 10 ਕਿੱਲੇ ਪੈਲੀ ਏ, ਆਪਾਂ ਨਹੀਂ ਵੰਡ ਰਹੇ, ਹੂੰ ਤੇ ਆਪਾਂ ਉਹਦੇ ਵਿੱਚ ਜੇ ਮੈਂ NRI ਆ ਤੇ ਮੈਂ ਸਿੱਧਾ ਇੱਕ ਹੂੰ ਐਪਲੀਕੇਸ਼ਨ ਮੂਵ ਕਰ ਸਕਦਾ SDM ਦੇ ਸਾਹਮਣੇ, ਤਹਿਸੀਲਦਾਰ ਦੇ ਸਾਹਮਣੇ। ਆਹ ਸਾਡੀ ਜੀ ਪੁਰਾਣੀ ਫਰਦ ਹੈ, ਇਹ ਸਾਡੇ ਪਿਤਾ ਜੀ ਹੂੰ ਦੇ ਨਾਂ ਦੀ, ਅਸੀਂ 2 ਭਰਾ ਵਾਂ, ਇਹ ਸਾਡੇ 2 ਹੂੰ ਭਰਾਵਾਂ 'ਚ ਆਉਂਦੀ ਹੈ, ਸਾਡੀ ਇਹ ਹੂੰ ਵੰਡ ਕਰ ਦਿੱਤੀ ਜਾਵੇ। ਅੱਛਾ, ਜੀ ਕਈ ਫਿਰ ਮੁਸ਼ਤਰਕਾ ਖਾਤੇ ਹੁੰਦੇ ਨੇ। ਹੁਣ ਹੂੰ ਮੁਸ਼ਤਰਕਾ ਖਾਤਿਆਂ ਵਿੱਚ ਵੀ ਬੜੇ ਹੀ ਲੋਚੇ ਨੇ। ਹੁਣ ਹੂੰ ਪੁਰਾਣੇ ਜ਼ਮਾਨੇ ਜਿਹੜੇ ਘਰ ਬਣੇ ਨੇ, ਉੱਥੇ ਕੀ ਹੈ ਕਿ ਇੱਕ ਘਰ ਪਿੱਛੇ ਸੀ, ਇੱਕ ਘਰ ਅੱਗੇ ਸੀ, ਜਗ੍ਹਾ ਦੀ ਹੂੰ ਮਾਲਕੀ ਅਗਲੇ ਦੀ ਹੈ, ਪਰ ਉਹਨੂੰ ਜੀ ਰਾਹ ਹੀ ਇੱਕੋ ਪਾਸੇ ਦਾ। ਹੂੰ ਸੋ ਉਹ ਮੁਸ਼ਤਰਕਾ ਖਾਤਿਆਂ ਵਿੱਚ ਵੀ ਕੱਲ ਨੂੰ ਮੁਸ਼ਤਰਕਾ ਖਾਤਾ ਬੰਦ ਨਾ ਹੋਵੇ ਜਾਂ ਉਹਨੂੰ ਛੱਤ ਨਾ ਸਕੇ, ਕਿਉਂਕਿ ਜ਼ਮੀਨ ਦਾ ਜੇ ਅਧਿਕਾਰ ਉਹਦਾ ਹੈ, ਰਾਹ ਛੱਡ ਸਕਦਾ, ਪਰ ਉਹਨੂੰ ਹੂੰ ਛੱਤ ਦੇ ਉੱਤੇ ਕਮਰਾ ਤੇ ਪਾਉਣ ਦਾ ਅਧਿਕਾਰ ਹੀ ਹੈ ਨਾ ਜੀ ਉਹਦੇ ਕੋਲ। ਜੀ ਜੀ ਬੜੇ ਸਾਰੇ, ਮੈਂ ਫਿਰ ਕਹਿਣਾ ਪਿਆ ਕਿ ਤੁਸੀਂ ਜਿਹੜਾ ਅੱਜ ਚੈਪਟਰ ਖੋਲਤਾ ਨਾ ਭਾਜੀ, ਇਹ ਤੁਸੀਂ ਹੂੰ ਬਹੁਤ ਖੋਲਿਆ, ਇਹਨੂੰ ਇੱਕ ਇੱਕ ਕਰਕੇ ਅਸੀਂ ਆਪਾਂ ਆਪਾਂ ਜੀ ਇਸ ਤਰ੍ਹਾਂ ਕਰਦੇ ਆ। ਅੱਜ ਆਪਾਂ ਜਿਵੇਂ ਤੁਸੀਂ ਸੁਝਾਅ ਦਿੱਤੇ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਨੇ, ਜਿਹੜੇ ਇੱਥੋਂ ਆਪਣੀ ਜ਼ਮੀਨ ਜਾਇਦਾਦ ਉਹਨਾਂ ਦੀ ਪੰਜਾਬ ਦੇ ਵਿੱਚ ਏ, ਜਾਂ ਆਪਾਂ ਜੀ ਮੰਨ ਕੇ ਚੱਲੀਏ ਕਿਸੇ ਹੋਰ ਸਟੇਟ ਦੇ ਵਿੱਚ ਵੀ ਜਿੱਥੇ ਮਿਲਦੇ ਜੁਲਦੇ ਕਾਨੂੰਨ ਨੇ ਭਾਰਤ ਦੇ, ਜੀ 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 ਤਾਂ ਜੇਕਰ ਉਹ ਵਿਦੇਸ਼ 'ਚ ਜਾਂਦੇ ਨੇ ਤਾਂ ਮੁੱਖ ਤੌਰ ਤੇ ਆਪਣੇ ਖੇਤ ਦੀ ਪਹਿਲਾਂ ਨਿਸ਼ਾਨਦੇਹੀ ਕਰਨ, ਉੱਥੇ ਬੁਰਜੀਆਂ ਲਾ ਕੇ ਉਸਨੂੰ ਸੰਭਾਲਣ, ਫਰਦ ਪਟਵਾਰ ਤੇ ਫਰਦ ਸਰਕਾਰ ਜਿਹੜੀ ਉਸਨੂੰ ਹਰ ਸਾਲ ਜਿਹੜੀ ਇਹ ਅਪਡੇਟ ਕਰਦੇ ਰਹਿਣਾ, ਉਸਦੇ ਨਾਲ ਜੁੜੇ ਰਹਿਣ, ਲਗਾਤਾਰ ਆਪਣੀ ਜੀ ਮੋਟਰ ਦੀ ਜਿਹੜੀ ਕਾਪੀ ਵਗੈਰਾ ਉਸਨੂੰ ਚੈੱਕ ਕਰਦੇ ਰਹਿਣ। ਜੇਕਰ ਸ਼ਹਿਰ ਦੇ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਹੈ ਤਾਂ ਪਾਣੀ ਦਾ ਬਿੱਲ, ਜਿਵੇਂ ਅਲੱਗ-ਅਲੱਗ ਜੋ ਵੀ ਉਹਨਾਂ ਨੂੰ ਬਿੱਲ ਆਉਂਦੇ ਨੇ, ਮਤਲਬ ਪਾਣੀ ਕਹਿਣ ਤੋਂ ਦਾ, ਭਾਵ ਹਰ ਸੀਵਰ ਦਾ, ਨਿੱਕੀ ਬਿਜਲੀ ਚੀਜ਼ ਦਾ, ਦੇ ਨਾਲ ਪ੍ਰਾਪਰਟੀ ਜੀ ਟੈਕਸ ਜੀ ਅੱਜ ਕੱਲ ਤੇ ਆਨਲਾਈਨ ਕਰਨਾ ਸ਼ੁਰੂ ਕਰਤਾ ਸਰਕਾਰਾਂ ਨੇ। ਔਰ ਹਾਂ ਇਹ ਵੀ ਦੱਸਦੇ ਹਾਂ ਕਿ ਇੱਕ ਨਵਾਂ ਐਫਰਟ ਸ਼ੁਰੂ ਹੋਈ ਹੈ ਸਰਕਾਰ ਵੱਲੋਂ, ਜਿਹਦੇ 'ਚ ਹੂੰ ਮੈਂ ਵੀ 1-ਅੱਧਾ% ਰੋਲ ਨਿਭਾਇਆ ਹੈ। ਜਿੰਨੇ ਹੂੰ ਵੀ NRI ਭੈਣ ਭਰਾ ਨੇ, ਉਹਨਾਂ ਦੀਆਂ ਜਿਹੜੀ ਵੀ ਜ਼ਮੀਨ ਜਾਇਦਾਦਾਂ ਨੇ, ਉਹਨਾਂ ਨੂੰ ਅਸੀਂ ਮਾਰਕ ਕਰਾਉਣ ਲੱਗੇ ਹਾਂ। ਹੂੰ ਉਹਦੇ ਵਿੱਚ ਉਹਨਾਂ ਦਾ ਮੋਬਾਈਲ ਨੰਬਰ, ਉਹਨਾਂ ਦੀ ਈਮੇਲ ID, ਉਹਨਾਂ ਦੀਆਂ ਡਿਟੇਲਸ ਪਾਉਣ ਲੱਗੇ ਹਾਂ, ਕਿ ਕੱਲ ਨੂੰ ਜੀ ਮੰਨ ਲਓ ਕਿਸੇ NRI ਭੈਣ ਭਰਾ ਦੀ ਜ਼ਮੀਨ ਕੋਈ ਇੰਡੀਆ 'ਚ ਵੇਚਣ ਲੱਗੇ, ਤੇ ਹਾਂ ਪਹਿਲਾਂ ਉਹਦੀ ਪਰਮਿਸ਼ਨ ਲਈ ਜਾਏਗੀ। ਉਹਦੇ ਜੀ ਇੱਕ ਸਿਸਟਮ ਬਣਦਾ ਪਿਆ, ਉਹਦੇ ਵਿੱਚ ਅਸੀਂ ਆਪਣੇ ਸੁਝਾਅ ਭੇਜੇ ਨੇ। ਔਰ ਜੇ ਕੋਈ NRI ਜੀ ਭੈਣ ਭਰਾ ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਨੇ, ਉਹ ਕੋਈ ਹਾਂ ਸੁਝਾਅ ਆਪਣਾ ਦਿਵਾਉਣਾ ਚਾਹੁੰਦੇ ਨੇ, ਕਿ ਹਾਂ ਕਿਰਪਾ ਕਰਕੇ ਸਾਡੇ ਕਮੈਂਟ ਬਾਕਸ ਵਿੱਚ ਉਹਦੇ ਬਾਰੇ ਜੀ ਲਿਖਣ। ਅਸੀਂ ਤੁਹਾਡਾ ਉਹ ਜੀ ਕਮੈਂਟ ਪੜਾਂਗੇ, ਸੁਝਾਅ ਚੰਗਾ ਲੱਗੇਗਾ ਤੇ ਸਰਕਾਰ ਦੇ ਅੱਗੇ ਰੱਖਾਂਗੇ, ਜੀ ਔਰ ਜੀ ਤੁਹਾਨੂੰ ਉਹਦੇ ਬਾਰੇ ਜਦੋਂ ਵੀ ਉਹਦੀ ਅਪਡੇਟ ਹੁੰਦੀ ਹੈ ਦੱਸਿਆ ਜਾਏਗਾ। ਸੋ ਸਭ ਤੋਂ ਜ਼ਰੂਰੀ ਭਾਜੀ, ਸਾਰੇ ਭੈਣ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਉੱਥੇ ਜਾ ਹੂੰ ਕੇ ਸੌਣਾ ਨਹੀਂ, ਹੂੰ ਆਪਣੀਆਂ ਅੱਖਾਂ ਪਿੱਛੇ ਛੱਡ ਕੇ ਜਾਓ, ਜੇ ਆਪਣੀ ਹੂੰ ਜ਼ਮੀਨ ਜਾਇਦਾਦ ਸਾਂਭਣੀ ਹੈ ਤੇ। ਜੀ ਜੀ ਤਾਂ ਕਿ ਉਹਨਾਂ ਦੀ ਜ਼ਮੀਨ ਜਾਇਦਾਦ ਜਿਹੜੀ ਉਹ ਸੁਰੱਖਿਅਤ ਰਹਿ ਸਕੇ, ਹਰ ਵੇਲੇ ਟੱਚ 'ਚ ਰਹਿਣ। ਕਹਿ ਲਈਏ ਤਾਂ ਲਗਾਤਾਰ ਸੰਪਰਕ 'ਚ ਰਹਿਣ, ਜਿਨ੍ਹਾਂ ਨੂੰ ਠੇਕੇ ਤੇ ਦਿੱਤੀ ਹੈ, ਵਟਾਈ ਤੇ ਦਿੱਤੀ ਹੈ, ਹਿੱਸੇ ਤੇ ਦਿੱਤੀ ਹੈ, ਚਾਹੇ ਉਹਨਾਂ ਨੂੰ ਬਿਨਾਂ ਕੁਝ ਲੈ ਦਿੱਤੇ ਤੋਂ ਵੀ ਦਿੱਤੀ ਹੈ, ਤਾਂ ਵੀ ਉਸ ਦੀ ਜੀ ਕਾਰਵਾਈ ਕਰਕੇ ਪੂਰਾ ਇੱਕ ਪ੍ਰੋਸੈਸ ਜਿਹੜਾ ਉਸਦੇ ਵਿੱਚੋਂ ਲੰਘ ਕੇ ਉਸਨੂੰ ਸਪੁਰਦ ਕਰਕੇ ਜਾਣ, ਤਾਂ ਕਿ ਉਹਨਾਂ ਦੀ ਜਾਇਦਾਦ ਜਿਹੜੀ ਹੈ ਹਰ ਪੱਖੋਂ ਸੁਰੱਖਿਅਤ ਰਹਿ ਸਕੇ। ਸੁਨੀਲ ਮੱਲਨ ਸਾਹਿਬ, ਤੁਸੀਂ ਇੰਨਾ ਬੇਸ਼ਕੀਮਤੀ ਆਪਣਾ ਸਮਾਂ ਦਿੱਤਾ ਪਿਆਰੇ ਦਰਸ਼ਕਾਂ ਨੂੰ। ਹਾਂਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਹਾਂ, ਕਹਿਣਾ ਚਾਹੁੰਦਾ, ਈਵਨ ਮੈਂ ਇਹ ਵੀ ਕਹੂੰਗਾ ਕਿ ਜਿਹੜਾ ਵੀ ਤੁਸੀਂ ਇੰਡੀਆ ਵਿੱਚ ਆਪਣਾ ਰਿਪਰੈਜ਼ੈਂਟੇਟਿਵ ਅਪਾਇੰਟ ਕਰਨਾ ਹੈ, ਉਸ ਤੋਂ ਇਲਾਵਾ ਕਿਸੇ ਵੀ ਇੱਕ ਵਕੀਲ ਸਾਹਿਬ ਨੂੰ, ਆਪਣੇ ਜੀ ਇਲਾਕੇ ਦੇ ਵਕੀਲ ਸਾਹਿਬ ਨੂੰ, ਆਪਣੇ ਉਹ ਕਾਗਜ਼ਾਂ ਨੂੰ ਆਡਿਟ ਕਰਨ ਦੀ, ਤੇ ਉਸ ਧਿਰ ਕੋਲੋਂ ਫੋਟੋਕਾਪੀ ਚਾਹੇ ਓਰੀਜਨਲ ਲੈ ਕੇ ਕੋਲ ਰੱਖਣ ਦੀ, ਜਾਂ ਸਕੈਨ ਹੂੰ ਕਰਕੇ ਤੁਹਾਨੂੰ ਭੇਜਣ ਦੀ, ਪਰ ਨਾਲ ਇੱਕ ਅਥਾਰਟੀ ਦੇ ਕੇ ਜਾਓ, ਤਾਂ ਕਿ ਇੱਕ ਜੀ ਥਰਡ ਪਾਰਟੀ ਨਾਲ ਰਹੇਗੀ, ਤੇ ਜੀ ਡੈਫੀਨੇਟਲੀ ਉਹ ਤੁਹਾਡੀ ਚੀਜ਼ਾਂ ਦਾ ਧਿਆਨ ਰੱਖੇਗਾ, ਔਰ ਹਾਂ ਉਹਦੇ ਕੋਲ ਅਧਿਕਾਰ ਹੋਏਗਾ ਤੁਹਾਡੀ ਜ਼ਮੀਨ ਤੇ ਫੇਰਾ ਮਾਰਨ ਦਾ। ਤੁਹਾਡੇ ਜਿਹੜਾ ਵੀ ਬੰਦਾ ਉਹਨੂੰ ਯੂਜ਼ ਕਰ ਰਿਹਾ, ਉਹਦੇ ਕੋਲੋਂ ਬਿਜਲੀ ਜੀ ਦਾ ਬਿੱਲ ਜਾਂ ਉਹ ਚੀਜ਼ਾਂ ਲੈ ਕੇ, ਤੇ ਜਿਹੜੀ ਜੀ ਤੁਹਾਡੀ ਲਿਖਤ ਹੋਵੇ ਉਹਦੇ ਵਿੱਚ ਲਿਖਿਆ ਜਾਵੇ ਕਿ ਜਿਹੜਾ ਵੀ ਬਿਜਲੀ ਜੀ ਦਾ ਬਿੱਲ ਆਏਗਾ, ਤਾਰਨ ਤੋਂ ਬਾਅਦ ਰਸੀਦ ਤੇ ਉਹਦੀ ਕਾਪੀ ਇਹ ਵਕੀਲ ਸਾਹਿਬ ਹਾਂ ਨੂੰ ਫੜਾ ਕੇ ਆਏਗਾ, ਤੇ ਵਕੀਲ ਸਾਹਿਬ ਨੂੰ ਜੀ ਸਕੈਨ ਕਰਕੇ ਅੱਗੇ ਭੇਜਣਗੇ।
ਸੋ ਇਹਨਾਂ ਚੀਜ਼ਾਂ ਨਾਲ ਤੁਹਾਡਾ ਇੱਕ ਨੈਟਵਰਕ ਬਣਿਆ ਰਹਿ ਸਕਦਾ ਹੈ। ਤੇ ਜੇ ਮਾਈਨਰ ਫੀਸ ਤੇ ਕੋਈ ਵਕੀਲ ਸਾਹਿਬ ਕੋਲ ਇਹੋ ਜਿਹੀਆਂ ਸਰਵਿਸਿਜ਼ ਲੈ ਲਈਆਂ ਜਾਣ, ਦੋ ਫਾਇਦੇ ਹੋਣਗੇ। ਇੱਕ ਤੇ ਵਕੀਲ ਸਾਹਿਬ ਤੁਹਾਡੇ ਉਹ ਕਾਗਜ਼ ਵਾਚ ਲੈਣਗੇ ਕਿ ਇਹਨਾਂ 'ਚ ਕੋਈ ਘਪਲਾ ਤੇ ਨਹੀਂ, ਔਰ ਉਸ ਤੋਂ ਬਾਅਦ ਜਿਹੜੀਆਂ ਰਸੀਦਾਂ ਆਈਆਂ ਨੇ ਉਹਦੀ ਵੀ ਤੁਹਾਡੇ ਕੋਲ ਰਿਕਾਰਡ ਕਾਇਮ ਹੋ ਜਾਏਗਾ। ਔਰ ਇਹ ਬੜਾ ਛੋਟਾ ਜਿਹਾ ਕੰਮ ਹੈ, ਕਿਸੇ ਨਾਲ ਵੀ ਰਲ ਕੇ ਹੋ ਸਕਦਾ ਹੈ। ਹੁਣ ਉਹ ਬੰਦੇ ਕੁਝ ਕਰਨ ਨਾ ਕਰਨ, ਪਰ ਘੱਟੋ ਘੱਟ ਤੁਹਾਡਾ ਵਕੀਲ ਸਾਹਿਬ ਦੇ ਜ਼ਰੀਏ ਬਚਾਅ ਹੋ ਸਕਦਾ ਹੈ। ਜੇ ਉਹ ਬੰਦੇ ਦਾ ਦਿਲ ਬੇਈਮਾਨ ਹੋ ਰਿਹਾ, ਤੁਹਾਡੇ ਤੱਕ ਸੂਚਨਾ ਮਿਲ ਸਕਦੀ ਹੈ ਕਿ ਯਾਰ ਇਹ ਬੰਦਾ ਕਰ ਰਿਹਾ। ਸੋ ਇਹ ਕਈ ਸਾਰੀਆਂ ਗੱਲਾਂ ਨੇ, ਟੌਪਿਕ ਆਪਾਂ ਅੱਗੋਂ ਵੀ ਡਿਸਕਸ ਕਰਾਂਗੇ ਔਰ ਨੌਲੇਜ ਠੀਕ ਹੈ ਹਾਂ, ਆਪਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਫਿਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਅੱਜ ਤੱਕ ਇੰਨਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਭਾਜੀ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ।